ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਭੰਗ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ भी सच। वाहिगुरु जी का खालसा वाहिगुरु जी की फतेह। So dear students, in this video I am going to cover the topic the structure, the components of government budget। government budget ਦੇ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ government budget ਦੇ ਵਿੱਚ we are having budget receipts and budget expenditure। ਦੋ ਚੀਜ਼ਾਂ ਹੁੰਦੀਆਂ ਬੇਸਿਕਲੀ। ਕੰਪੋਨੈਂਟਸ ਆਫ ਗਵਰਨਮੈਂਟ ਬਜਟ ਦੇ ਵਿੱਚ, ਸਟਰਕਚਰ ਆਫ ਗਵਰਨਮੈਂਟ ਬਜਟ ਦੇ ਵਿੱਚ ਗਵਰਨਮੈਂਟ ਦੇ ਵਿੱਚ ਕੀ ਹੁੰਦਾ ਕੀ ਆ, ਬਜਟ ਰਿਸੀਟਸ ਹੁੰਦੀਆਂ ਤੇ ਬਜਟ ਐਕਸਪੈਂਡੀਚਰ ਹੁੰਦਾ। ਪਹਿਲਾਂ ਅਸੀਂ ਬਜਟ ਰਿਸੀਟਸ ਕਰਦੇ ਹਾਂ। ਬਜਟ ਰਿਸੀਟਸ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਰੈਵਨਿਊ ਰਿਸੀਟ ਹੁੰਦੀ ਹੈ, ਇੱਕ ਕੈਪੀਟਲ ਰਿਸੀਟ ਹੁੰਦੀ ਹੈ। ਸਭ ਤੋਂ ਪਹਿਲਾਂ ਅਸੀਂ ਰੈਵਨਿਊ ਰਿਸੀਟ ਕਰਾਂਗੇ। ਸੋ ਬਜਟ ਰਿਸੀਟਸ ਦੋ ਤਰ੍ਹਾਂ ਦੀਆਂ, ਰੈਵਨਿਊ ਰਿਸੀਟ, ਕੈਪੀਟਲ ਰਿਸੀਟ। ਰੈਵਨਿਊ ਰਿਸੀਟ ਮਤਲਬ ਤੁਹਾਨੂੰ ਦੇਖਿਓ ਉਹ ਵਾਲਾ ਪੈਸਾ ਮਿਲਣਾ ਜਦੋਂ ਕਿਸੇ ਦੇ ਸਿਰ 'ਤੇ ਕਰਜ਼ਾ ਨਾ ਚੜ੍ਹੇ। ਹੁਣ ਸਪੋਜ਼ ਅਸੀਂ ਸ਼ਗਨ ਪਾਉਂਦੇ ਹਾਂ, ਮੀਨਸ ਸਪੋਜ਼ ਅਸੀਂ ਕਿਸੇ ਦੇ ਵਿਆਹ 'ਤੇ ਜਾ ਕੇ ਸ਼ਗਨ ਪਾਇਆ, ਹੁਣ ਜਿਹਨੂੰ ਸ਼ਗਨ ਮਿਲਿਆ ਅਸੀਂ ਉਹਨੂੰ ਇਹ ਥੋੜ੍ਹਾ ਕਹਾਂਗੇ ਕਿ ਸ਼ਗਨ ਵਾਪਸ ਕਰ, ਕਹਿ ਸਕਦੇ ਨਹੀਂ। ਮੀਨਸ ਜਿਹੜੇ ਬੰਦੇ ਨੂੰ ਆਪਾਂ ਨੇ ਸ਼ਗਨ ਪਾਇਆ, ਮੀਨਸ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਸਾਨੂੰ ਵਾਪਸ ਕਰ। ਮੀਨਸ ਜਿਹਨੂੰ ਪੈਸਾ ਮਿਲਿਆ ਉਹਦੇ ਲਈ ਰੈਵਨਿਊ ਰਿਸੀਟ ਹੈ, ਕਿਉਂਕਿ ਉਹਦੇ ਲਈ ਕਰਜ਼ਾ ਨਹੀਂ ਕ੍ਰੀਏਟ ਹੋਇਆ। ਪਰ ਹੁਣ ਅਸੀਂ ਗਵਰਨਮੈਂਟ ਦੇ ਪੁਆਇੰਟ ਆਫ ਵਿਊ ਦੇ ਨਾਲ ਕਰ ਰਹੇ ਹਾਂ। ਰੈਵਨਿਊ ਰਿਸੀਟ ਸਰਕਾਰ ਦੀ ਉਹ ਵਾਲੀ ਰਿਸੀਟ ਹੈ ਜੋ ਸਰਕਾਰ ਦਾ ਨਾ ਤਾਂ ਕਰਜ਼ਾ ਕ੍ਰੀਏਟ ਕਰਦੀ ਹੈ, ਨਾ ਹੀ ਸਰਕਾਰ ਦਾ, ਦੇਖੋ ਜੀ ਪੈਸਾ ਦੋ ਤਰੀਕੇ ਨਾਲ, ਮੀਨਸ ਸਰਕਾਰ ਦਾ ਨਾ ਤਾਂ ਕੋਈ ਕਰਜ਼ਾ ਕ੍ਰੀਏਟ ਹੋਇਆ, means revenue receipts are those receipts which neither creates any corresponding liability, कोई liability भी नहीं create हुई, nor reduce any assets of the government। ਤੁਸੀਂ ਇਹਦੀ explanation ਵੀ ਇੱਦਾਂ ਹੀ ਲਿਖਣੀ ਹੈ। ਨਾ ਤਾਂ ਸਰਕਾਰ ਦੇ ਸਿਰ ਤੇ ਕੋਈ ਕਰਜ਼ਾ ਚੜਿਆ, ਨਾ ਸਰਕਾਰ ਦਾ ਕੋਈ ਐਸੈਟ ਘਟਿਆ। ਇਹ ਕਿਹੜੀ ਰਿਸੀਟ ਹੋ ਗਈ? ਰੈਵਨਿਊ ਰਿਸੀਟ। ਹੁਣ ਇਹਦੀ ਐਗਜ਼ਾਮਪਲ ਕੀ ਲਿਖਾਂਗੇ? ਆਪਾਂ ਲੋਕ ਸਰਕਾਰ ਨੂੰ ਟੈਕਸ ਦਿੰਦੇ ਆ, ਸਰਕਾਰ ਨੂੰ ਆਪਾਂ ਨੇ ਟੈਕਸ ਦਿੱਤਾ ਕਿ ਸਰਕਾਰ, ਅਸੀਂ ਸਰਕਾਰ ਨੂੰ ਕਹਿੰਦੇ ਕਿ ਵਾਪਸ ਕਰ ਟੈਕਸ, ਕਦੀ ਕਹਿ ਸਕਦੇ ਸਰਕਾਰ ਨੂੰ? ਮੀਨ ਸਰਕਾਰ ਦੇ ਸਿਰ ਤੇ ਕੋਈ ਕਰਜ਼ਾ ਨਹੀਂ ਚੜਿਆ। ਕਿ ਸਰਕਾਰ ਦੀ ਕੋਈ ਚੀਜ਼ ਵਿਕੀ? ਨਾ, ਸਰਕਾਰ ਦੀ ਕੋਈ ਚੀਜ਼ ਵੀ ਨਹੀਂ ਵਿਕੀ। ਸਰਕਾਰ ਕੋਲ ਪੈਸਾ ਆ ਰਿਹਾ ਤੇ ਨਾ ਸਰਕਾਰ ਦੀ ਕੋਈ ਚੀਜ਼ ਵਿਕੀ। ਅਸੀਂ ਸਾਰੀ ਰੈਵਨਿਊ ਰਿਸੀਟਸ ਕਰਨ ਵਾਲੇ ਹਾਂ। ਮੀਨ ਸਰਕਾਰ ਕੋਲ ਟੈਕਸ ਆਇਆ, ਸਰਕਾਰ ਨੂੰ ਅਸੀਂ ਇਹ ਕਦੀ ਵੀ ਨਹੀਂ ਕਹਿ ਸਕਦੇ ਕਿ ਸਰਕਾਰ ਸਾਨੂੰ ਪੈਸਾ ਵਾਪਸ ਕਰਨਾ। ਸਰਕਾਰ ਲਈ ਇਹੋ ਜਿਹੀ ਰਿਸੀਟ ਹੋ ਗਈ ਕਿ ਸਰਕਾਰ ਦਾ ਨਾ ਸਿਰ 'ਤੇ ਕੋਈ ਕਰਜ਼ਾ ਚੜਿਆ, ਨਾ ਸਰਕਾਰ ਦਾ ਐਸੈਟ ਘਟਿਆ। ਸੋ ਡੈਫੀਨੇਸ਼ਨ ਕੀ ਲਿਖਣੀ ਹੈ? ਰੈਵਨਿਊ ਰਿਸੀਟਸ ਆਰ ਦੋਜ਼ ਰਿਸੀਟਸ ਵਿਚ ਨਾਈਦਰ ਕ੍ਰੀਏਟ ਐਨੀ ਲਾਇਬਿਲਿਟੀ ਨੋਰ ਰਿਡਿਊਸ ਐਨੀ ਐਸੈਟ ਆਫ ਦਾ ਗਵਰਨਮੈਂਟ। ਹੋਰ ਇਹਦੀ ਅਗਲੀ ਐਗਜ਼ਾਮਪਲ, ਇਹ ਤਾਂ ਟੈਕਸ ਹੋ ਗਿਆ। ਇੱਕ ਤਾਂ ਟੈਕਸ ਰਿਸੀਟਸ ਆਉਂਦੀਆਂ ਰੈਵਨਿਊ ਰਿਸੀਟਸ ਦੇ ਵਿੱਚ, ਹੋਰ ਕਿਹੜੀਆਂ ਆਉਂਦੀਆਂ? ਐਸਚੀਟਸ। ਹੋਰ ਰਿਸੀਟਸ ਕਿਹੜੀਆਂ ਆਉਂਦੀਆਂ? ਐਸਚੀਟਸ। ਐਸਚੀਟਸ ਦਾ ਮਤਲਬ ਹੈ, ਸਪੋਜ਼ ਮੈਂ ਤੁਹਾਨੂੰ ਦੱਸਦਾ ਕਿ ਜਿੱਦਾਂ ਸਪੋਜ਼ ਰਤਨ ਟਾਟਾ, ਮੀਨਸ ਆਂਦਾ ਅੱਗੇ ਕੋਈ ਵਾਰਸ ਨਹੀਂ ਹੈ, ਇਹਨੇ ਆਪਣੀ ਵਿਲ ਵੀ ਨਹੀਂ ਬਣਾਈ ਹੋਈ, ਕੋਈ ਇਹਦਾ ਬੱਚਾ ਨਹੀਂ, ਕੋਈ ਰਿਸ਼ਤੇਦਾਰ ਨਹੀਂ ਹੈ ਐਟ ਪ੍ਰੈਜ਼ੈਂਟ। ਮੀਨਸ ਇੰਨੀ ਬੜੀ ਜ਼ਮੀਨ ਜਾਇਦਾਦ ਦਾ ਮਾਲਕ ਆ, ਕੋਈ ਅੱਗੋਂ ਦੀ ਇਹਦਾ ਵਾਰਸ ਨਹੀਂ ਹੈ। ਜੇ ਅੱਜ ਨੂੰ ਮਰ ਜਾਂਦਾ, ਜੇ ਮਰ ਜਾਂਦਾ ਤਾਂ ਸਾਰੀ ਜ਼ਮੀਨ ਜਾਇਦਾਦ ਕਿਹਦੇ ਕੋਲ ਚਲੇ ਜਾਏਗੀ? ਟਾਟਾਸ ਦੀ ਸਾਰੀ ਜ਼ਮੀਨ ਜਾਇਦਾਦ ਚਲੇ ਜਾਊਗੀ ਸਰਕਾਰ ਦੇ ਕੋਲ। ਸਾਰੀ ਜ਼ਮੀਨ ਜਾਇਦਾਦ ਸਰਕਾਰ ਕੋਲ ਚਲ ਜਾਏਗੀ। ਸਰਕਾਰ ਕੋਲ ਗਿਆ ਮੀਨਸ ਸਰਕਾਰ ਕੋਲ ਪੈਸਾ ਆਇਆ, ਸਰਕਾਰ ਦੇ ਸਿਰ 'ਤੇ ਕੋਈ ਕਰਜ਼ਾ ਨਹੀਂ ਚੜਿਆ, ਨਹੀਂ ਚੜਿਆ ਨਾ। ਨਾ ਸਰਕਾਰ ਦਾ ਨਾ ਕੋਈ ਐਸੈਟ ਘਟਿਆ, ਨਾ ਸਰਕਾਰ ਦੇ ਸਿਰ 'ਤੇ ਕੋਈ ਕਰਜ਼ਾ ਚੜਿਆ। ਬੱਚੇ ਨਾ ਕੈਸ਼ ਨੂੰ ਸੋਚਦੇ ਆ, ਅਸੀਂ ਇੱਥੇ ਕੈਸ਼ ਵਾਲਾ ਪੁਆਇੰਟ ਨਹੀਂ ਦੇਖਣਾ, ਕੈਸ਼ ਨੂੰ ਨਹੀਂ ਦੇਖਣਾ, ਬਸ ਅਸੀਂ ਕੈਸ਼ ਤੋਂ ਇਲਾਵਾ ਵਾਲੇ ਸਾਰੇ ਐਸੈਟਸ ਨੂੰ ਦੇਖਣਾ। ਮੀਨਸ ਜਦੋਂ ਸਰਕਾਰ ਕੋਲ ਟੈਕਸ ਆਉਂਦੇ ਆ, ਨਾ ਸਰਕਾਰ ਦੇ ਸਿਰ 'ਤੇ ਕੋਈ ਕਰਜ਼ਾ ਚੜ੍ਹਦਾ, ਨਾ ਸਰਕਾਰ ਦੀ ਕੋਈ ਐਸੈਟ ਘਟਦਾ, ਨਾ ਸਰਕਾਰ ਦੀ ਕੋਈ ਚੀਜ਼ ਵੀ ਨਹੀਂ ਵਿਕੀ। ਇੱਦਾਂ ਹੀ ਕੋਈ ਬੰਦਾ ਜੇ ਬਿਨਾਂ ਵਸੀਅਤ ਦੇ ਮਰ ਜਾਵੇ ਅਤੇ ਉਹਦਾ ਕੋਈ ਅੱਗੇ ਵਾਰਿਸ ਵੀ ਨਾ ਹੋਵੇ ਤਾਂ ਸਾਰੀ ਉਹਦੀ ਜ਼ਮੀਨ ਜਾਇਦਾਦ ਕੌਣ ਲੈ ਜਾਂਦੀ? ਸਰਕਾਰ। ਤਾਂ ਮੀਨ ਸਰਕਾਰ ਦਾ ਇਹ ਵੀ ਰੈਵਨਿਊ ਰਿਸੀਟ ਹੋ ਗਿਆ। ਹੋਰ ਰੈਵਨਿਊ ਰਿਸੀਟ ਦੇ ਵਿੱਚ ਕੀ ਆਉਂਦਾ? ਮੀਨਸ ਉਹਨਾਂ ਦੀ ਡੈਫੀਨੇਸ਼ਨ, ਮੈਂ ਤੁਹਾਨੂੰ ਰੈਵਨਿਊ ਰਿਸੀਟ ਦੀ ਡੈਫੀਨੇਸ਼ਨ ਤਾਂ ਦੱਸਤੀ। ਰੈਵਨਿਊ ਰਿਸੀਟਸ ਆਰ ਦੋਜ਼ ਰਿਸੀਟਸ ਵਿਚ ਨਾਈਦਰ ਕ੍ਰੀਏਟਸ ਐਨੀ ਲਾਇਬਿਲਿਟੀ ਨੋਰ ਰਿਡਿਊਸ ਐਨੀ ਐਸੈਟ ਆਫ ਦਾ ਗਵਰਨਮੈਂਟ। ਹੁਣ ਇਸ ਟੈਕਸਿਸ ਦੇ ਬਾਰੇ ਤਾਂ ਪਤਾ ਹੀ ਹੈ। ਜੇ ਐਸਟੀਟ ਦੀ ਡੈਫੀਨੇਸ਼ਨ ਲਿਖਣੀ ਹੋਏ, ਐਸਟੀਟ ਦੀ ਡੈਫੀਨੇਸ਼ਨ ਕੀ ਲਿਖੋਗੇ? ਐਸਟੀਟ ਰੈਫਰ ਟੂ ਦ ਇਨਕਮ ਆਫ ਸਟੇਟ ਵਿਚ ਅਰਾਈਜ਼ਿਜ਼ ਆਊਟ ਆਫ ਦ ਪ੍ਰੋਪਰਟੀ ਲੈਫਟ ਬਾਏ ਦ ਪੀਪਲ ਵਿਦਾਊਟ ਅ ਲੀਗਲ ਹਾਇਰ। ਮੀਨਸ ਇੱਕ ਤਾਂ ਹੁੰਦਾ ਨਾ ਬੰਦੇ ਦੀ ਵਸੀਅਤ ਨਹੀਂ ਹੈ, ਇੱਕ ਚੀਜ਼ ਹੁੰਦੀ ਹੈ ਕਿ ਬੰਦੇ ਦਾ ਲੀਗਲ ਹਾਇਰ ਨਹੀਂ ਹੈ। ਜੇ ਵਸੀਅਤ ਨਹੀਂ ਹੈ ਤਾਂ ਜ਼ਮੀਨ ਕਿਹਦੇ ਕੋਲ ਚਲ ਜਾਂਦੀ? ਲੀਗਲ ਹਾਇਰ ਕੋਲ। ਹੁਣ ਜੇ ਲੀਗਲ ਹਾਇਰ ਵੀ ਨਹੀਂ ਹੈ ਤਾਂ ਜ਼ਮੀਨ ਕਿਹਦੇ ਕੋਲ ਚਲੇ ਜਾਏਗੀ? ਸਰਕਾਰ ਦੇ ਕੋਲ। ਐਸਟੀਟ ਰੈਫਰਸ ਟੂ ਦ ਇਨਕਮ ਆਫ ਸਟੇਟ ਵਿਚ ਅਰਾਈਜ਼ਿਜ਼ ਆਊਟ ਆਫ ਦ ਪ੍ਰੋਪਰਟੀ ਲੈਫਟ ਬਾਏ ਪੀਪਲ ਵਿਦਾਊਟ ਅ ਲੀਗਲ ਹਾਇਰ। Without a legal hire, so there are no claimants of such property, the government makes revenue out of it. So
एस्टीट दी सिंपल दी डेफिनेशन ये लिखनी है, रेफर्स टू द इनकम ऑफ स्टेट विच अराइजेज आउट ऑफ द प्रॉपर्टी लेफ्ट बाय पीपल विदाउट एनी लीगल हायर. दिस इज एस्टीट्स. नाउ वी आर गोइंग टू डू स्पेशल असेसमेंट्स. Now we are going to do special assessments. Special assessment ਕੀ ਹੁੰਦਾ, ਸਪੋਜ਼ ਆਪਾਂ ਕਿਸੇ ਸਰਕਾਰ ਕਿਸੇ ਏਰੀਆ ਦੀ ਡਿਵੈਲਪਮੈਂਟ ਕਰਦੀ ਹੈ ਨਾ. ਸੋ ਸਰਕਾਰ ਨੇ ਸਪੋਜ਼ ਕਿਸੇ ਏਰੀਆ ਦੀ ਡਿਵੈਲਪਮੈਂਟ ਕਰੀ, ਜਿੱਦਾਂ ਆਪਾਂ ਲਗਾ ਲਈਏ ਲੁਧਿਆਣੇ ਦਾ 33 ਫੁੱਟਾ ਰੋਡ, ਉੱਥੇ ਸਰਕਾਰ ਨੇ ਡਿਵੈਲਪਮੈਂਟ ਕਰੀ, ਸੀਵਰੇਜ ਪਵਾਏ. ਹੁਣ ਸਰਕਾਰ ਕੀ ਕਹਿੰਦੇ, ਦੇਖੋ ਸਰਕਾਰ ਨੇ ਸੀਵਰੇਜ ਪਵਾਏ, ਉਸ ਏਰੀਆ ਦੀ ਰੇਟ ਵੱਧ ਗਏ ਨਾ, ਪ੍ਰੋਪਰਟੀ ਦੇ ਰੇਟ ਵੱਧ ਗਏ, ਤੇ ਸਰਕਾਰ ਕੀ ਕਹੇਗੀ ਕਿ ਸਾਡੀ ਐਕਟੀਵਿਟੀ ਦੇ ਕਾਰਨ, ਸਰਕਾਰ ਲੋਕਾਂ ਨੂੰ ਇਹ ਕਹੇਗੀ ਮੇਰੀ ਐਕਟੀਵਿਟੀ ਦੇ ਕਾਰਨ ਪ੍ਰੋਪਰਟੀ ਦੇ ਰੇਟ ਵਧੇ ਨਾ, ਮੈਨੂੰ ਵਿੱਚੋਂ ਦੀ ਹਿੱਸਾ ਦਿਓ. ਉਹਨੂੰ ਸਪੈਸ਼ਲ ਅਸੈਸਮੈਂਟ ਕਹਿੰਦੇ ਆ. ਸੋ ਤੁਸੀਂ ਕੀ ਲਿਖੋਗੇ, ਸਰਕਾਰ ਨੇ ਕੰਸਟਰਕਸ਼ਨ ਕਰੀ ਸੜਕਾਂ ਦੀ, ਸੀਵਰੇਜ ਪਵਾਏ. ਹੁਣ ਮੈਂ ਤੁਹਾਨੂੰ ਇਹਨੂੰ ਲਿਖਵਾਉਣਾ ਵੀ ਸ਼ੁਰੂ ਕਰਦਾ, ਜਿਹਦੇ ਕਾਰਨ ਮੀਨਸ ਕਿਸੇ ਪਰਟੀਕੂਲਰ ਏਰੀਆ ਦੀ ਪ੍ਰੋਪਰਟੀਜ਼ ਦੀ ਵੈਲਿਊ ਵੱਧ ਗਈ, ਤੇ ਸਰਕਾਰ ਕੀ ਕਰਦੀ ਹੈ, ਉਸ ਏਰੀਆ ਦੇ ਵਿੱਚੋਂ ਡਿਵੈਲਪਮੈਂਟ ਐਕਸਪੈਂਡੀਚਰ ਰਿਕਵਰ ਕਰਦੀ ਹੈ ਓਨਰਸ ਆਫ ਦਾ ਪ੍ਰੋਪਰਟੀ ਨੂੰ, ਤੋਂ ਉਹਨਾਂ ਨੂੰ ਉਸ ਚੀਜ਼ ਨੂੰ ਸਪੈਸ਼ਲ ਅਸੈਸਮੈਂਟ ਕਿਹਾ ਜਾਂਦਾ. ਸੋ ਇਹਦੀ ਡੈਫੀਨੇਸ਼ਨ ਕੀ ਹੋਏਗੀ, ਸਪੈਸ਼ਲ ਅਸੈਸਮੈਂਟ ਇਜ਼ ਦਾ ਪੇਮੈਂਟ ਵਿਚ ਇਜ਼ ਮੇਡ ਬਾय the owner of those properties whose values have been appreciated due to the development activities of government. ਸੋ ਜਿਹੜੀ ਡਿਵੈਲਪਮੈਂਟ ਐਕਟੀਵਿਟੀਜ਼ ਦੇ ਕਾਰਨ ਕਿਸੇ ਦੀ ਜ਼ਮੀਨ ਜਾਇਦਾਦ ਦੇ ਰੇਟ ਵੱਧ ਗਏ, ਸਰਕਾਰ ਉਹਦੇ ਤੋਂ ਪੈਸਾ ਵਸੂਲਦੀ ਹੈ, ਡਿਵੈਲਪਮੈਂਟ ਐਕਸਪੈਂਡੀਚਰ ਸਰਕਾਰ ਲੈਂਦੀ ਹੈ. ਸਰਕਾਰ ਲਈ ਉਹ ਵੀ ਰੈਵਨਿਊ ਰਿਸੀਟ ਹੈ, ਸਰਕਾਰ ਦੇ ਸਿਰ ਤੇ ਕੋਈ ਕਰਜ਼ਾ ਚੜਿਆ ਨਾ, ਸਰਕਾਰ ਦਾ ਕੋਈ ਐਸੈਟ ਘਟਿਆ. ਸੋ ਸਪੈਸ਼ਲ ਅਸੈਸਮੈਂਟ ਇਜ਼ ਦਾ ਪੇਮੈਂਟ ਵਿਚ ਇਜ਼ ਮੇਡ ਬਾय the owner of properties whose value have been appreciated by the developmental activities of government. ਸਪੈਸ਼ਲ ਅਸੈਸਮੈਂਟ ਹੋ ਗਿਆ. ਉਸ ਤੋਂ ਬਾਅਦ ਚੋਂ ਦੀ ਆਉਂਦਾ ਸਾਡੇ ਕੋਲ ਰੈਵਨਿਊ ਰਿਸੀਟ ਦੇ ਵਿੱਚ ਇਨਕਮ ਫਰੋਮ ਪਬਲਿਕ ਐਂਟਰਪ੍ਰਾਈਜ਼ਸ. ਇਨਕਮ ਫਰੋਮ ਪਬਲਿਕ ਐਂਟਰਪ੍ਰਾਈਜ਼ਸ ਵੀ ਸਾਡੀ ਰੈਵਨਿਊ ਰਿਸੀਟਸ ਦੇ ਵਿੱਚ ਹੀ ਆਉਂਦੀਆਂ ਨੇ. ਪਬਲਿਕ ਐਂਟਰਪ੍ਰਾਈਜ਼ ਕੀ ਹੈ, ਜਿੱਦਾਂ ਰੇਲਵੇਜ਼, LIC, ਇਹਨਾਂ ਤੋਂ ਜੋ ਵੀ ਸਰਕਾਰ ਨੂੰ ਇਨਕਮ ਹੁੰਦੀ ਹੈ, ਮੀਨਸ ਸਰਕਾਰ ਬਹੁਤ ਕਮਾਉਂਦੀ ਹੈ ਰੇਲਵੇਜ਼ ਦੇ ਥਰੂ. ਮੀਨਸ ਸਰਕਾਰ ਦੇ ਸਿਰ 'ਤੇ ਕੋਈ ਕਰਜ਼ਾ ਚੜਿਆ, ਨੋ. ਕਿ ਸਰਕਾਰ ਦਾ ਐਸੈਟ ਘਟਿਆ, ਨੋ. ਮੀਨਸ ਇਹ ਵੀ ਰੈਵਨਿਊ ਰਿਸੀਟ ਹੋ ਗਈ. ਹੁਣ ਤੁਸੀਂ ਇਹਨੂੰ ਲਿਖਣਾ ਕਿੱਦਾਂ, ਸੈਵਰਲ ਰੇਲਵੇ ਐਂਟਰਪ੍ਰਾਈਜ਼ਸ ਆਰ ਓਨਡ ਬਾय the government like railways, National Fertilizer Limited, Indian Oil. Profit of these enterprises are the source of revenue for government. ਜਿਹੜੇ ਪ੍ਰੋਫਿਟਸ ਹੈ, ਇਹ ਪ੍ਰੋਫਿਟ ਇਹਨਾਂ ਐਂਟਰਪ੍ਰਾਈਜ਼ਸ ਦੀ ਸੋਰਸ ਆਫ ਰੈਵਨਿਊ ਫॉर ਗਵਰਨਮੈਂਟ ਹੈ. ਉਸ ਤੋਂ ਬਾਅਦ ਦੀ ਅਗਲਾ ਪੁਆਇੰਟ ਹੈ ਗ੍ਰਾਂਟ ਐਂਡ ਡੋਨੇਸ਼ਨ. ਤੁਹਾਨੂੰ ਪਤਾ ਹੀ ਹੈ, ਜਦੋਂ ਕੇਰਲਾ ਫਲੱਡਸ ਆਏ, ਜਿੱਦਾਂ ਇੱਦਾਂ ਦੀ ਸਿਚੁਏਸ਼ਨਸ ਆਉਂਦੀਆਂ, ਕਸ਼ਮੀਰ ਅਰਥਕਵੇਕਸ ਆਏ, ਉਦੋਂ ਸਰਕਾਰ ਨੂੰ ਬੜੀ ਡੋਨੇਸ਼ਨਸ ਮਿਲਦੀਆਂ ਬਾਹਰਲੇ ਦੇਸ਼ਾਂ ਤੋਂ. ਮੀਨਸ ਡੋਨੇਸ਼ਨ ਮਿਲਿਆ, ਦਾਨ ਪੁੰਨ ਮਿਲਿਆ. ਹੁਣ ਇਹ ਥੋੜ੍ਹਾ ਕਿ ਦਾਨ ਪੁੰਨ ਸਰਕਾਰ ਨੇ ਵਾਪਸ ਕਰਨਾ, ਨਾ ਜੀ ਨਾ. ਮੀਨਸ ਜਿਹੜੇ ਵੀ ਦੇਸ਼ਾਂ ਤੋਂ ਸਰਕਾਰ ਨੂੰ ਪੈਸਾ ਦਾਨ ਪੁੰਨ ਮਿਲ ਰਿਹਾ, ਸਰਕਾਰ ਦਾ ਨਾ ਕੋਈ ਕਰਜ਼ਾ ਵਧਿਆ, ਨਾ ਕੋਈ ਐਸੈਟ ਘਟਿਆ. ਮੀਨਸ ਇਹ ਕੀ ਹੋ ਗਈ, ਸਾਡੀ ਰੈਵਨਿਊ ਰਿਸੀਟਸ ਹੋ ਗਈਆਂ ਨੇ. ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਉਂਦਾ ਇਨਕਮ ਫਰੋਮ ਸੇਲ ਆਫ 2G ਔਰ 3G ਸਪੈਕਟਰਮ. ਅਗਲਾ ਪੁਆਇੰਟ ਹੈ ਇਨਕਮ ਫਰੋਮ ਸੇਲ ਆਫ 2G ਐਂਡ 3G ਸਪੈਕਟਰਮ. ਹੁਣ ਹਰ ਕੋਈ ਇੱਕਾ ਦੁੱਕਾ ਬੰਦਾ ਮੀਨਸ ਟੈਲੀਕੋਮਿਊਨੀਕੇਸ਼ਨ ਸੈਕਟਰ 'ਚ ਨਹੀਂ ਵੜ ਸਕਦਾ. ਮੀਨਸ ਉਹਨੂੰ ਜੇ ਸਪੋਜ਼ ਹੁਣ ਰਿਲਾਇੰਸ ਨੇ 5G ਸੈਕਟਰ ਦੇ ਵਿੱਚ ਆਉਣਾ, ਮੀਨਸ 5G ਨੈਟਵਰਕ ਦੇ ਵਿੱਚ ਆਉਣਾ, ਮੀਨਸ ਦੇਸ਼ ਦੇ ਵਿੱਚ ਉਹਦਾ ਜਾਲ ਵਿਛਾਉਣਾ, ਮੀਨਸ ਉਹਨੂੰ ਸਰਕਾਰ ਨੂੰ ਲਾਇਸੈਂਸ ਫੀਸ ਦੇਣੀ ਪਏਗੀ. ਉਹਨੂੰ ਕਹਿੰਦੇ ਸਪੈਕਟਰਮ. ਇਨਕਮ ਫਰੋਮ ਸੇਲ ਆਫ 2G 3G 4G 5G ਸਪੈਕਟਰਮ. ਮੀਨਸ 2G ਲਾਇਸੈਂਸ ਖਰੀਦਣਾ ਪੈਂਦਾ ਸਰ ਇਹਨਾਂ ਨੂੰ, ਰਿਲਾਇੰਸ, ਵੋਡਾਫੋਨ, ਆਈਡੀਆ ਨੂੰ. ਇਨਕਮ ਫਰੋਮ ਸੇਲ ਆਫ 2G 3G 4G 5G ਸਪੈਕਟਰਮ. ਇਹ ਸਾਡਾ ਗ੍ਰਾਂਟਸ ਐਂਡ ਡੋਨੇਸ਼ਨ 'ਚ ਆ ਗਿਆ ਇਹ ਵਾਲਾ ਪੁਆਇੰਟ. ਹੁਣ ਅਸੀਂ ਅਗਲਾ ਪੁਆਇੰਟ ਕਰ ਰਹੇ ਹਾਂ ਫਾਈਨਸ. ਦੇਖੋ ਜੀ, ਫਾਈਨਸ ਕਿੰਨੇ ਸਾਰੇ ਸਰਕਾਰ ਲੈਂਦੀ ਹੈ, ਫਾਈਨਸ ਐਂਡ ਪੈਨੈਲਿਟੀਜ਼. ਮੀਨਸ ਜਿੱਦਾਂ ਟ੍ਰੈਫਿਕ ਚਲਾਨ ਹੋ ਜਾਂਦਾ, ਕਿੰਨਾ ਕੁਛ ਹੁੰਦਾ, ਇਹ ਸਾਰੇ ਕੀ ਹੈ, ਸਰਕਾਰ ਲਈ ਰੈਵਨਿਊ ਰਿਸੀਟ. ਸਰਕਾਰ ਦੇ ਸਿਰ 'ਤੇ ਕੋਈ ਕਰਜ਼ਾ ਚੜਿਆ, ਨੋ. ਫਾਈਨਸ ਐਂਡ ਪੈਨੈਲਿਟੀਜ਼ ਵੀ ਰੈਵਨਿਊ ਰਿਸੀਟਸ ਨੇ. ਫਾਈਨ ਐਂਡ ਪੈਨੈਲਿਟੀਜ਼, these are also revenue receipts. ਜੋ ਵੀ ਸਰਕਾਰ ਲੋਕਾਂ ਤੋਂ ਫਾਈਨਸ ਜਾਂ ਪੈਨੈਲਿਟੀਜ਼ ਇਕੱਠੇ ਕਰਦੇ, ਜਿੱਦਾਂ ਹੁਣ ਰੀਸੈਂਟ COVID-19 ਦੇ ਵਿੱਚ ਕਿਹੜਾ ਫਾਈਨ ਚੱਲ ਰਿਹਾ ਅੱਜ ਕੱਲ੍ਹ, ਮਾਸਕ ਵਾਲਾ ਫਾਈਨ. ਇਹ ਵੀ ਸਾਡਾ ਕੀ ਸਰਕਾਰ ਦੇ ਲਈ ਕੀ ਹੈ, ਰੈਵਨਿਊ ਰਿਸੀਟ ਹੈ. ਸੋ ਅਸੀਂ ਰੈਵਨਿਊ ਰਿਸੀਟ ਦੀ ਸਾਰੀ ਟਾਈਪਸ ਕਰ ਲਈ. ਫੀਸ, ਅੱਛਾ ਹੁਣ ਫੀਸ ਵੀ ਰਹਿ ਗਈ. ਸਰਕਾਰੀ ਫੀਸਾਂ ਹੁੰਦੀਆਂ, ਜਿੱਦਾਂ ਅਸੀਂ ਕੋਈ ਪ੍ਰੋਪਰਟੀ ਖਰੀਦੀ,
NOC ਲੈਣੀ ਹੁੰਦੀ, नो ऑब्जेक्शन सर्टिफिकेट, ਸਾਨੂੰ ਫੀਸਾਂ ਦੇਣੀਆਂ ਪੈਂਦੀਆਂ। ਸੋ ਇਹ ਜਿਹੜੀ ਫੀਸ ਹੈ ਬੇਸਿਕਲੀ लैंड रजिस्ट्रेशन फीस हो गई, डेथ एंड बर्थ एंड डेथ रजिस्ट्रेशन फीस हो गई। ਇਹ ਮੀਨ ਸਰਕਾਰ ਕੋਈ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ, ਉਹਦੇ ਬਦਲੇ ਫੀਸ ਵੀ ਲੈਂਦੀ ਹੈ, ਵੀ ਸਰਕਾਰ ਲਈ ਰੈਵਨਿਊ ਰਿਸੀਟਸ ਨੇ। ਸੋ ਅਸੀਂ ਰੈਵਨਿਊ ਰਿਸੀਟਸ ਕਰੀਏ, ਬੇਸਿਕਲੀ ਰੈਵਨਿਊ ਰਿਸੀਟ ਸਰਕਾਰ ਦੇ ਲਈ ਟੈਕਸ ਰਿਸੀਟ ਹੈ, ਆ ਟੈਕਸ ਨੇ, ਆ ਬਾਕੀ ਸਾਰੀਆਂ ਕਿਹੜੀਆਂ ਰਿਸੀਟ ਨੇ, ਨॉन ਟੈਕਸ ਰਿਸੀਟ ਹੈ, ਇਹ ਕੋਈ ਟੈਕਸ ਥੋੜ੍ਹਾ, ਇਹ ਬਾਕੀ ਸਾਰੀਆਂ ਨॉन ਟੈਕਸ ਰਿਸੀਟਸ ਨੇ। ਹੁਣ ਮੈਂ ਤੁਹਾਨੂੰ ਟੈਕਸਿਸ ਦੇ ਬਾਰੇ ਕਰਵਾਉਣ ਜਾ ਰਿਹਾ, ਟੈਕਸਿਸ ਦੀ ਟਾਈਪਸ ਦੇ ਬਾਰੇ। ਮੀਨਸ ਅੱਜ ਇਸ ਟੌਪਿਕ ਦੇ ਵਿੱਚ ਮੈਂ ਤੁਹਾਨੂੰ ਗੌਰਮੈਂਟ ਬਜਟ ਰਿਸੀਟ ਦਾ ਕਿਹੜੀ ਚੀਜ਼ ਕਵਰ ਕਰੀ ਹੈ, ਰੈਵਨਿਊ ਰਿਸੀਟ। ਬਜਟ ਰਿਸੀਟਸ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਰੈਵਨਿਊ ਹੁੰਦੀ ਹੈ, ਕੈਪੀਟਲ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਰੈਵਨਿਊ ਰਿਸੀਟ ਕਵਰ ਕਰ ਰਿਹਾ। ਅਤੇ ਹੁਣ ਮੈਂ ਅਗਲਾ ਪੁਆਇੰਟ ਤੁਹਾਨੂੰ ਕਵਰ ਕਰ ਰਿਹਾ, ਇਹ ਸਾਰਾ ਹੋ ਗਿਆ। ਹੁਣ ਟੈਕਸਿਸ ਦੀ ਟਾਈਪ, ਬੇਸਿਕਲੀ ਸਾਡੇ ਦੇਸ਼ ਦੇ ਵਿੱਚ ਵਨ ਨੇਸ਼ਨ ਵਨ ਟੈਕਸ ਦੇ ਨਾਅਰੇ ਦੇ ਨਾਲ 1 ਜੁਲਾਈ 2017 ਨੂੰ GST ਪਾਸ ਹੋਇਆ ਸੀ। ਸੋ GST ਵਨ ਨੇਸ਼ਨ ਵਨ ਟੈਕਸ, GST ਇਜ਼ ਅ ਇਨਡਾਇਰੈਕਟ ਟੈਕਸ। ਇਨਡਾਇਰੈਕਟ ਟੈਕਸ ਉਹ ਵਾਲਾ ਟੈਕਸ ਹੁੰਦਾ ਹੈ ਕਿ ਜਿਹੜਾ ਮੀਨਸ ਜਿਹੜਾ ਟੈਕਸ ਦਾ ਬਰਡਨ ਅਸੀਂ ਕਿਸੇ ਹੋਰ 'ਤੇ ਸ਼ਿਫਟ ਨਹੀਂ ਕਰ ਸਕਦੇ। indirect tax ਉਹ ਹੁੰਦਾ means the tax who burden of which can't be shifted from one person to another person is called indirect tax। ਹੁਣ ਇਹ ਥੋੜਾ ਕਿ ਮੈਂ means ਉਹ direct tax ਹੁੰਦਾ, ਮੈਂ ਥੋੜਾ ਤੁਸੀਂ confuse ਹੋ ਗਏ ਹੈ ਨਾ। ਸੋ confuse ਨਾ ਹੋਣਾ, means direct tax ਉਹ ਹੈ ਜਿੰਦਾ ਅਸੀਂ burden ਨਹੀਂ shift ਕਰ ਸਕਦੇ, indirect tax ਹੈ ਜਿੰਦਾ ਅਸੀਂ burden shift ਕਰ ਸਕਦੇ। ਸੋ ਇਹਦੀ ਡੈਫੀਨੇਸ਼ਨ ਕੀ ਲਿਖਣੀ ਹੈ, ਪਹਿਲਾਂ ਮਤਲਬ ਸਮਝਿਓ ਡਾਇਰੈਕਟ ਟੈਕਸ ਕੀ ਹੈ। ਡਾਇਰੈਕਟ ਟੈਕਸ ਉਹ ਵਾਲਾ ਟੈਕਸ ਹੈ ਜਿੱਦਾਂ ਇਨਕਮ ਟੈਕਸ ਹੈ। ਹੁਣ ਮੈਂ ਸਪੋਜ਼ ਇਨਕਮ ਟੈਕਸ ਪੇ ਕਰ ਰਿਹਾ, ਹੁਣ ਮੈਂ ਥੋੜਾ ਕਹਿ ਸਕਦਾ ਕਿ ਮੈਂ ਇਨਕਮ ਟੈਕਸ ਪੇ ਕਰ ਰਿਹਾ, ਤੁਸੀਂ ਮੈਨੂੰ ਫੀਸ ਜ਼ਿਆਦਾ ਦਿਓ। ਮੈਂ ਤੁਹਾਡੇ ਤੋਂ ਆਪਣਾ ਇਨਕਮ ਟੈਕਸ ਦਾ ਬਰਡਨ ਤੁਹਾਡੇ ਤੇ ਨਹੀਂ ਸ਼ਿਫਟ ਕਰ ਸਕਦਾ। ਡਾਇਰੈਕਟ ਟੈਕਸਿਸ ਆਰ ਦੋਜ਼ ਟੈਕਸਿਸ ਦ ਬਰਡਨ ਆਫ ਵਿਚ ਕੈਨ ਬੀ ਟ੍ਰਾਂਸਫਰਡ ਫਰੋਮ ਵਨ ਪਰਸਨ ਟੂ ਅਨਦਰ ਪਰਸਨ, ਉਹ ਡਾਇਰੈਕਟ ਟੈਕਸ ਹੁੰਦੇ ਆ। ਇੰਡਾਇਰੈਕਟ ਟੈਕਸਿਸ ਆਰ ਦੋਜ਼ ਟੈਕਸਿਸ ਦ ਬਰਡਨ ਆਫ ਵਿਚ ਡਾਇਰੈਕਟ ਟੈਕਸ ਦੇ ਵਿੱਚ ਕਾਂਟ ਬੀ ਟ੍ਰਾਂਸਫਰਡ, ਡਾਇਰੈਕਟ ਟੈਕਸ ਦੇ ਵਿੱਚ ਅਸੀਂ ਟ੍ਰਾਂਸਫਰ ਨਹੀਂ ਕਰ ਸਕਦੇ ਬਰਡਨ। ਸੋ ਇੰਡਾਇਰੈਕਟ ਟੈਕਸ 'ਚ ਅਸੀਂ ਟ੍ਰਾਂਸਫਰ ਕਰ ਸਕਦੇ ਹਾਂ। ਮੀਨਸ ਜੇ GST ਦਾ ਜਿੱਦਾਂ ਅਸੀਂ ਬਰਡਨ ਅੱਗੇ ਟ੍ਰਾਂਸਫਰ ਕਰ ਦਿੱਤਾ, ਡਾਇਰੈਕਟ ਟੈਕਸ ਦੇ ਵਿੱਚ ਵੀ ਕਾਂਟ ਟ੍ਰਾਂਸਫਰ। ਡਾਇਰੈਕਟ ਟੈਕਸ ਦੀ ਐਗਜ਼ਾਮਪਲ ਕੀ ਹੋ ਗਈ, ਸਾਡੀ ਇਨਕਮ ਟੈਕਸ, ਵੈਲਥ ਟੈਕਸ, ਇਹ ਡਾਇਰੈਕਟ ਟੈਕਸਿਸ ਦੀ ਐਗਜ਼ਾਮਪਲ ਨੇ। ਇੰਡਾਇਰੈਕਟ ਟੈਕਸ ਦੀ ਐਗਜ਼ਾਮਪਲ ਕੀ ਹੋ ਗਈ, GST ਇਸ ਦੇਸ਼ ਦੇ ਵਿੱਚ ਐਟ ਪ੍ਰੈਜ਼ੈਂਟ ਉਹਨੇ ਸਾਰੇ ਇੰਡਾਇਰੈਕਟ ਟੈਕਸ ਖਤਮ ਕਰਕੇ GST ਨੇ ਵਨ ਨੇਸ਼ਨ ਵਨ ਟੈਕਸ ਆ ਗਿਆ 1 ਜੁਲਾਈ 2017 ਨੂੰ। ਸੋ ਇਨ ਸ਼ਾਰਟ ਮੈਂ ਤੁਹਾਨੂੰ ਲਾਸਟ ਵੀਡੀਓ ਖਤਮ ਕਰਨ ਲੱਗਾ। ਇੱਕ ਹੁੰਦਾ ਸਾਡਾ ਡਾਇਰੈਕਟ ਟੈਕਸ ਜਿੰਦਾ ਬਰਡਨ ਅਸੀਂ ਇੱਕ ਬੰਦੇ ਤੋਂ ਦੂਜੇ ਬੰਦੇ ਵੱਲ ਟ੍ਰਾਂਸਫਰ ਨਹੀਂ ਕਰ ਸਕਦੇ। ਇੱਕ ਹੁੰਦਾ ਇੰਡਾਇਰੈਕਟ ਟੈਕਸ ਜਿੰਦਾ ਬਰਡਨ ਇੱਕ ਬੰਦੇ ਤੋਂ ਦੂਜੇ ਬੰਦੇ ਵੱਲ ਸੁੱਟਿਆ ਜਾ ਸਕਦਾ। ਜਿੱਦਾਂ GST ਦਾ ਜਿਹੜਾ ਮੇਰੇ ਸਿਰ ਬਰਡਨ ਹੈ, ਮੈਂ ਤੁਹਾਡੇ ਬੱਚਿਆਂ 'ਤੇ GST ਦਾ ਬਰਡਨ ਸੁੱਟ ਦੇਣਾ, ਫੀਸ ਤੋਂ ਵਸੂਲ ਲੈਣਾ GST ਨੂੰ। ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਡਾਇਰੈਕਟ ਟੈਕਸ ਮੈਂ ਇਨਕਮ ਟੈਕਸ ਪੇ ਕਰ ਰਿਹਾ ਕਿ ਤੁਸੀਂ ਮੈਨੂੰ ਹੁਣ ਫੀਸ ਵਧਾਓ ਕਿਉਂਕਿ ਮੈਂ ਇਨਕਮ ਟੈਕਸ ਜ਼ਿਆਦਾ ਪੇ ਕਰ ਰਿਹਾ, ਇੱਦਾਂ ਨਹੀਂ ਹੈ। ਡਾਇਰੈਕਟ ਟੈਕਸ ਦੀ ਐਗਜ਼ਾਮਪਲ ਇਨਕਮ ਟੈਕਸ, ਵੈਲਥ ਟੈਕਸ, ਠੀਕ ਹੈ ਜੀ। ਇੰਡਾਇਰੈਕਟ ਟੈਕਸ ਦੀ ਐਗਜ਼ਾਮਪਲ ਕੀ ਹੈ, GST, ਠੀਕ ਹੈ ਜੀ। ਸੋ ਨੈਕਸਟ ਵੀਡੀਓ ਲਈ ਵੇਟ ਕਰਿਓ, ਉਹਦੇ ਵਿੱਚ ਮੈਂ ਕਵਰ ਕਰੂੰਗਾ ਕੈਪੀਟਲ ਰਿਸੀਟ।